ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਸਭਰਾਵਾਂ ਦੇ ਮੈਦਾਨ ਦੇ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਪਸ ਦੇ ਵਿੱਚ ਜੰਗ ਹੁੰਦੀ ਹੈ। 10 ਫਰਵਰੀ 1846 ਈਸਵੀ ਨੂੰ ਇਸ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ। ਸਿੱਖ ਜੰਗ ਹਾਰ ਜਾਂਦੇ ਹਨ, ਕਿਉਂਕਿ ਇਸ ਜੰਗ ਦੇ ਦੌਰਾਨ ਲਾਲ ਸਿਉਂ, ਤੇਜਾ ਸਿਉਂ ਅਤੇ ਗੁਲਾਬ ਸਿਉਂ ਡੋਗਰਾ ਇਹਨਾਂ ਦੇ ਵੱਲੋਂ ਗਦਾਰੀ ਕੀਤੀ ਜਾਂਦੀ ਹੈ। ਅਤੇ ਇਸੇ ਜੰਗ ਦੇ ਵਿੱਚ ਹੀ ਜੋ ਸ਼ਾਮ ਸਿੰਘ ਅਟਾਰੀ ਵਾਲਾ ਹੈ, ਉਹ ਵੀ ਸ਼ਹਾਦਤ ਪ੍ਰਾਪਤ ਕਰਦਾ ਹੈ। ਅੰਗਰੇਜ਼ ਇਹ ਜੰਗ ਜਿੱਤਣ ਤੋਂ ਬਾਅਦ 12 ਫਰਵਰੀ 1846 ਈਸਵੀ ਨੂੰ ਕਸੂਰ ਦੇ ਕਿਲ੍ਹੇ 'ਤੇ ਕਬਜ਼ਾ ਕਰਦੇ ਹਨ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗਰੇਜ਼ ਕਸੂਰ 'ਤੇ ਕਾਬਜ਼ ਹੋ ਗਏ ਹਨ। ਉਸ ਕਿਲ੍ਹੇ ਦੇ ਵਿੱਚ ਪਹੁੰਚ ਗਏ ਹਨ। ਗੁਲਾਬ ਸਿਉਂ ਡੋਗਰਾ, ਤੇਜਾ ਸਿਉਂ ਡੋਗਰਾ ਅਤੇ ਲਾਲ ਸਿਉਂ, ਇਹ ਤਿੰਨੇ ਹੀ ਜਾਣੇ ਅੰਗਰੇਜ਼ਾਂ ਦੇ ਲਈ ਤੋਹਫੇ ਲੈ ਕੇ ਜਾਂਦੇ ਹਨ। ਉਹਨਾਂ ਦੀ ਖੁਸ਼ਾਮਦ ਕਰਦੇ ਹਨ, ਚਾਪਲੂਸੀ ਕਰਦੇ ਹਨ, ਕਿਉਂਕਿ ਇਹਨਾਂ ਨੇ ਜੋ ਅੰਗਰੇਜ਼ਾਂ ਦੇ ਨਾਲ ਸਮਝੌਤਾ ਕੀਤਾ ਹੋਇਆ, ਵਜ਼ੀਰੀਆਂ ਪ੍ਰਾਪਤ ਕਰਨੀਆਂ ਹਨ, ਉੱਚੇ ਅਹੁਦੇ ਪ੍ਰਾਪਤ ਕਰਨੇ ਹਨ। ਇਸ ਲਈ ਹੁਣ ਇਹ ਆਪਣੇ ਲਾਲਚ ਅਧੀਨ ਹੋ ਕੇ 12 ਫਰਵਰੀ 1846 ਨੂੰ ਕਸੂਰ ਵਿਖੇ ਪਹੁੰਚਦੇ ਹਨ। ਆਪਣੇ ਵੱਲੋਂ ਅੰਗਰੇਜ਼ ਹਨ, ਉਹਨਾਂ ਦੀ ਖੁਸ਼ਾਮਦ ਕਰਦੇ ਹਨ। ਪਰ ਜੋ ਅੰਗਰੇਜ਼ ਹਨ ਉਹ ਸਮਝਦੇ ਹੈ, ਜਿਹੜੇ ਬੰਦੇ ਆਪਣਿਆਂ ਦੇ ਸਕੇ ਨਹੀਂ ਹੋਏ, ਜਿਨ੍ਹਾਂ ਦੀ ਅੱਖ ਦੇ ਵਿੱਚ ਆਪਣਿਆਂ ਦਾ ਖੂਨ ਡੁੱਲਦਾ ਵੇਖ ਕੇ ਹੰਝੂ ਨਹੀਂ ਆਏ, ਉਹ ਸਾਡੇ ਕਿੱਥੋਂ ਸਕੇ ਹੋ ਸਕਦੇ ਹੈ। ਜਿਹੜੇ ਆਪਣਿਆਂ ਨਾਲ ਗਦਾਰੀ ਕਰ ਸਕਦੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਨਾਲ ਵੀ ਗਦਾਰੀ ਕਰ ਸਕਦੇ ਹੈ। ਇਸ ਕਰਕੇ ਅੰਗਰੇਜ਼ਾਂ ਨੇ ਕੋਈ ਇਹਨਾਂ ਨੂੰ ਬਹੁਤਾ ਸਤਿਕਾਰ ਨਹੀਂ ਦਿੱਤਾ। ਸਗੋਂ ਅੰਗਰੇਜ਼ਾਂ ਨੇ ਇਹ ਕਹਿਆ ਵੀ ਤੁਸੀਂ ਕੌਣ ਹੁੰਦੇ ਹੋ, ਤੁਹਾਡੇ ਕੋਲ ਕਿਹੜੀ ਤਾਕਤ ਹੈ ਕਿ ਤੁਸੀਂ ਸਾਡੇ ਕੋਲ ਆਏ ਹੋ ਗੱਲਬਾਤ ਕਰਨ ਦੇ ਲਈ। ਅਸੀਂ ਜੇਕਰ ਕੋਈ ਗੱਲਬਾਤ ਕਰਨੀ ਹੋਵੇਗੀ, ਉਹ ਲਾਹੌਰ ਦਰਬਾਰ ਦੇ ਵਿੱਚ ਕਰਾਂਗੇ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਉਹ ਗੱਲਬਾਤ ਹੋਵੇਗੀ, ਕਿਉਂਕਿ ਸਿੱਖ ਰਾਜ ਦਾ ਜੋ ਬਾਦਸ਼ਾਹ ਉਹ ਮਹਾਰਾਜਾ ਦਲੀਪ ਸਿੰਘ ਹੈ। ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਜੋ ਅੰਗਰੇਜ਼ ਹਨ ਉਹਨਾਂ ਨੇ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ
ਇਹਨਾਂ ਦੇ ਮਨ ਦੇ ਵਿੱਚ ਇੱਕ ਵਾਰੀ ਤਾਂ ਦੁੱਖ ਪੈਦਾ ਹੋਇਆ ਕਿ ਅਸੀਂ ਇਹਨਾਂ ਦੇ ਲਈ ਗਦਾਰੀਆਂ ਕੀਤੀਆਂ ਅਤੇ ਅੱਜ ਇਹ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਤੇ ਜਦੋਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅੰਗਰੇਜ਼ਾਂ ਨੇ ਗੱਲਾਂ ਕਹੀਆਂ ਵੀ ਤੁਸੀਂ ਕੌਣ ਹੋ, ਅਸੀਂ ਜੇਕਰ ਕੋਈ ਗੱਲ ਕਰਨੀ ਹੋਵੇਗੀ ਉਹ ਅਸੀਂ ਮਹਾਰਾਜਾ ਦਲੀਪ ਸਿੰਘ ਦੇ ਨਾਲ ਕਰਾਂਗੇ। ਤੇ ਇਹ ਬੰਦੇ ਇੰਨੇ ਬੇਸ਼ਰਮ, ਇਹ ਦੁਬਾਰੇ ਫਿਰ 18 ਫਰਵਰੀ 1846 ਈਸਵੀ ਨੂੰ ਦੁਬਾਰੇ ਫੇਰ ਗਏ ਅੰਗਰੇਜ਼ਾਂ ਦੇ ਕੋਲ ਤੇ ਇਸ ਵਾਰੀ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਲੈ ਗਏ। ਉਹ ਬੱਚਾ ਹੈਗਾ ਮਹਾਰਾਜਾ ਦਲੀਪ ਸਿੰਘ, ਉਸ ਦੀ ਉਮਰ 7-8 ਸਾਲ ਦੀ ਉਮਰ ਹੈ, ਮਾਸੂਮ ਬੱਚਾ, ਉਸ ਨੂੰ ਨਾਲ ਲੈ ਗਏ। ਅੰਗਰੇਜ਼ਾਂ ਨੇ ਫਿਰ ਇਹਨਾਂ ਨੂੰ ਝਾੜਾਂ ਪਾਈਆਂ, ਜੋ ਵੀ ਗੱਲਬਾਤ ਹੋਵੇਗੀ ਅਸੀਂ ਲਾਹੌਰ ਦਰਬਾਰ ਦੇ ਵਿੱਚ ਆ ਕੇ ਗੱਲਬਾਤ ਕਰਾਂਗੇ, ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ, ਨਾ ਤੁਹਾਨੂੰ ਮਹਾਰਾਜਾ ਦਲੀਪ ਸਿੰਘ ਲਿਆਉਣਾ ਚਾਹੀਦਾ ਸੀ। ਆਖਰ ਇਹ ਘਟਨਾਵਾਂ ਤੋਂ ਬਾਅਦ ਜੋ ਅੰਗਰੇਜ਼ ਹਨ ਉਹ ਲਾਹੌਰ ਦਰਬਾਰ ਦੇ ਵਿੱਚ ਆਉਂਦੇ ਹੈ ਤੇ ਲਾਹੌਰ ਦਰਬਾਰ ਦੇ ਵਿੱਚ ਇੱਕ ਅਹਿਦਨਾਮਾ ਲਿਖਿਆ ਜਾਂਦਾ ਹੈ। ਅਹਿਦਨਾਮੇ ਦੇ ਵਿੱਚ ਕੁਝ ਸ਼ਰਤਾਂ ਲਿਖੀਆਂ ਜਾਂਦੀਆਂ ਹਨ, ਉਹਨਾਂ ਸ਼ਰਤਾਂ ਦੇ ਵਿੱਚੋਂ ਕੁਝ ਦਾ ਮੈਂ ਜ਼ਿਕਰ ਤੁਹਾਡੇ ਨਾਲ ਕਰਾਂਗਾ। ਪਹਿਲੀ ਸ਼ਰਤ ਤਾਂ ਇਹ ਲਿਖੀ ਗਈ, ਅਸੀਂ ਤੁਹਾਡੇ ਨਾਲ ਜੰਗ ਨਹੀਂ ਸੀ ਕਰਨਾ ਚਾਹੁੰਦੇ। ਅੰਗਰੇਜ਼ ਲਿਖ ਰਹੇ ਹੈ ਵੀ ਜੇ ਅਸੀਂ ਸਿੱਖ ਰਾਜ ਦੀ ਫੌਜ ਦੇ ਨਾਲ ਜੰਗਾਂ ਕੀਤੀਆਂ ਉਹ ਅਸੀਂ ਨਹੀਂ ਸੀ ਕਰਨਾ ਚਾਹੁੰਦੇ, ਉਹ ਤਾਂ ਤੁਹਾਡੀ ਘਰੋਗੀ ਲੜਾਈ ਕਰਕੇ ਸਾਨੂੰ ਜੰਗਾਂ ਕਰਨੀਆਂ ਪਈਆਂ। ਹਰ ਰੋਜ਼ ਨਿੱਤ ਦਿਹਾੜੇ ਇੱਥੇ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਸੀ। ਤੁਹਾਡਾ ਜੋ ਘਰੋਗੀ ਮਸਲਾ ਹੈ ਉਸ ਨੂੰ ਸੁਲਝਾਉਣ ਦੇ ਲਈ ਸਾਨੂੰ ਜੰਗਾਂ ਕਰਨੀਆਂ ਪਈਆਂ, ਲਾਹੌਰ ਦਰਬਾਰ ਦੇ ਵਿੱਚ ਆਉਣਾ ਪਿਆ, ਨਹੀਂ ਸਾਨੂੰ ਤਾਂ ਕੋਈ ਲੋੜ ਨਹੀਂ ਸੀ। ਤੇ ਇਸ ਕਰਕੇ ਜੋ ਸਭਰਾਵਾਂ ਦੀ ਜੰਗ ਹੋਈ ਹੈ ਉਸ ਦੇ ਵਿੱਚ ਸਾਡਾ ਬਹੁਤਾ ਨੁਕਸਾਨ ਹੋਇਆ, ਉਹਦੇ ਵਿੱਚ ਸਾਡੇ ਸਿਪਾਹੀ ਮਾਰੇ ਗਏ ਹੈ ਤੇ ਉਹ ਸਿਪਾਹੀਆਂ ਦਾ ਜੋ ਜਾਨੀ ਨੁਕਸਾਨ ਹੋਇਆ ਉਸ ਜੰਗ ਦੇ ਵਿੱਚ ਮਾਰੇ ਗਏ ਹੈ, ਉਹ ਜਾਨੀ ਨੁਕਸਾਨ ਤਾਂ ਤੁਸੀਂ ਪੂਰਾ ਨਹੀਂ ਕਰ ਸਕਦੇ। ਉਸ ਦੇ ਬਦਲੇ ਦੇ ਵਿੱਚ ਲਾਹੌਰ ਦਰਬਾਰ ਨੂੰ 1 ਕਰੋੜ ਰੁਪਈਆ ਸਾਨੂੰ ਦੇਣਾ ਹੋਵੇਗਾ। ਇਹ ਅੰਗਰੇਜ਼ਾਂ ਦੇ ਵੱਲੋਂ ਸ਼ਰਤ ਲਿਖੀ ਗਈ ਵੀ ਜੋ ਸਾਡਾ ਨੁਕਸਾਨ ਹੋਇਆ, ਜੋ ਜੰਗ 'ਤੇ ਖਰਚਾ ਹੋਇਆ, ਅਸੀਂ ਤਾਂ ਜੰਗ ਨਹੀਂ ਸੀ ਕਰਨਾ ਚਾਹੁੰਦੇ ਤੇ ਇਸ ਕਰਕੇ ਉਹ ਜਿੰਨਾ ਵੀ ਖਰਚਾ ਹੋਇਆ ਜਾਂ ਜਾਨੀ ਨੁਕਸਾਨ ਹੋਇਆ ਉਹਦੀ ਭਰਪਾਈ ਲਾਹੌਰ ਦਰਬਾਰ ਨੂੰ ਕਰਨੀ ਪਵੇਗੀ। 1 ਕਰੋੜ ਰੁਪਈਆ ਸਾਨੂੰ ਦੇਣਾ ਹੋਵੇਗਾ, ਪਹਿਲੀ ਸ਼ਰਤ। ਦੂਸਰੀ ਸ਼ਰਤ ਇਹ ਲਿਖੀ ਗਈ, ਅੰਗਰੇਜ਼ ਫੌਜ ਹੈ ਜਿਹੜੀ ਉਹ ਸਿੱਖ ਰਾਜ ਦੇ ਵਿੱਚ ਕਿਤੇ ਵੀ ਆ ਜਾ ਸਕਦੀ ਹੈ। ਅੰਗਰੇਜ਼ ਫੌਜ ਦੀ ਟੁਕੜੀ ਕਦੋਂ ਵੀ ਕਿਸੇ ਵੀ ਸਮੇਂ ਇਸ ਸਿੱਖ ਰਾਜ ਦੇ ਵਿੱਚ ਆ ਜਾ ਸਕਦੀ ਹੈ, ਉਹਨੂੰ ਕੋਈ ਇਜਾਜ਼ਤ ਨਹੀਂ ਲੈਣੀ ਹੋਵੇਗੀ ਅਤੇ ਨਾ ਹੀ ਜੋ ਸਿੱਖ ਫੌਜਾਂ ਹਨ, ਜੋ ਸਿੱਖ ਰਾਜ ਦੀ ਫੌਜ ਹੈ ਉਸ 'ਤੇ ਹਮਲਾ ਕਰੇਗੀ। ਨਾਲ ਇਹ ਵੀ ਜ਼ਿਕਰ ਕੀਤਾ ਗਿਆ ਜੋ ਲਾਹੌਰ ਦਰਬਾਰ ਦੇ ਵਿੱਚ ਤੁਹਾਡੀ ਫੌਜ ਰਹੇਗੀ ਉਹਦੀ ਗਿਣਤੀ ਘਟਾ ਦਿੱਤੀ ਗਈ, ਤਕਰੀਬਨ 2500 ਜਾਂ 3000 ਫੌਜ ਗਿਣਤੀ ਦੀ ਲਾਹੌਰ ਦਰਬਾਰ ਦੇ ਵਿੱਚ ਰਹਿ ਸਕਦੀ ਹੈ, ਬਾਕੀ ਤੁਸੀਂ ਫੌਜ ਨਹੀਂ ਰੱਖ ਸਕਦੇ। ਜੋ ਸਿੱਖ ਸਰਦਾਰਾਂ ਦੀ ਫੌਜ ਹੈ ਉਹ ਲਾਹੌਰ ਦਰਬਾਰ ਦੇ ਵਿੱਚ ਬਿਲਕੁਲ ਨਹੀਂ ਰਹੇਗੀ, ਉਹ ਸਹਾਦਰਾ ਇਸ ਇਲਾਕੇ ਵਾਲੇ ਪਾਸੇ ਰਹੇਗੀ।
ਤੇ ਨਾਲ ਇਹ ਸ਼ਰਤ ਲਿਖੀ ਗਈ, ਅੰਗਰੇਜ਼ ਫੌਜ ਦੀ ਇੱਕ ਟੁਕੜੀ ਲਾਹੌਰ ਦਰਬਾਰ ਦੇ ਵਿੱਚ ਰਹੇਗੀ। ਜਿੰਨਾ ਉਸ ਟੁਕੜੀ ਤੇ ਖਰਚਾ ਆਵੇਗਾ ਉਹ ਸਾਰਾ ਖਰਚਾ ਲਾਹੌਰ ਦਰਬਾਰ ਨੂੰ ਦੇਣਾ ਪਵੇਗਾ। ਲਾਹੌਰ ਦਰਬਾਰ ਵਿਦੇਸ਼ੀ ਬੰਦੇ ਨੂੰ ਆਪਣੇ ਰਾਜ ਦੇ ਵਿੱਚ ਕਿਸੇ ਵੀ ਨੌਕਰੀ ਤੇ ਨਹੀਂ ਰੱਖ ਸਕਦਾ। ਜੇਕਰ ਕੋਈ ਯੂਰਪੀਅਨ ਵਿਅਕਤੀ, ਕੋਈ ਵਿਦੇਸ਼ੀ ਤੁਸੀਂ ਫੌਜ ਦੇ ਵਿੱਚ ਭਰਤੀ ਕਰਨਾ, ਕਿਸੇ ਨੌਕਰੀ ਤੇ ਰੱਖਣਾ, ਉਹ ਤੁਸੀਂ ਸਾਡੀ ਇਜਾਜ਼ਤ ਤੋਂ ਬਗੈਰ ਨਹੀਂ ਰੱਖ ਸਕਦੇ, ਇਜਾਜ਼ਤ ਲੈਣੀ ਪਵੇਗੀ। ਅਤੇ ਨਾਲ ਇਹ ਸ਼ਰਤ ਲਿਖੀ ਗਈ, ਜੋ ਦੁਆਬੇ ਦਾ ਇਲਾਕਾ ਹੈ, ਜੋ ਸਤਲੁਜ ਅਤੇ ਬਿਆਸ ਦਾ ਵਿਚਕਾਰ ਦਾ ਇਲਾਕਾ ਹੈ, ਦੁਆਬਾ, ਦੁਆਬ ਕਿਹਾ ਜਾਂਦਾ ਹੈ। ਗਿਣਤੀ ਦੇ ਦੋ ਤੇ ਆਬ ਦਾ ਅਰਥ ਹੁੰਦਾ ਪਾਣੀ, ਦੋ ਪਾਣੀਆਂ ਦੇ ਵਿਚਕਾਰ ਦਾ ਇਲਾਕਾ, ਉਸ ਨੂੰ ਦੁਆਬਾ ਕਿਹਾ ਜਾਂਦਾ ਹੈ। ਤੇ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੋ ਇਲਾਕਾ ਹੈ, ਜਲੰਧਰ, ਹੁਸ਼ਿਆਰਪੁਰ, ਇਹ ਇਲਾਕਾ ਅੰਗਰੇਜ਼, ਇਹ ਇਲਾਕਾ ਹੈ ਜਿਹੜਾ ਇਹ ਅੰਗਰੇਜ਼ ਰਾਜ ਦਾ ਹੋਵੇਗਾ। ਅੰਗਰੇਜ਼ ਇਸ ਤੇ ਕਾਬਜ ਹੋਣਗੇ। ਸਾਡਾ ਬਹੁਤਾ ਨੁਕਸਾਨ ਹੋਇਆ, ਇਸ ਕਰਕੇ ਇਹ ਇਲਾਕਾ ਹੁਣ ਸਾਡੇ ਅਧੀਨ ਹੋਵੇਗਾ। ਇਹ ਸ਼ਰਤਾਂ ਲਿਖੀਆਂ ਗਈਆਂ ਲਾਹੌਰ ਦਰਬਾਰ ਦੇ ਵਿੱਚ ਬੈਠ ਕੇ। ਇਹ ਅਹਿਦਨਾਮਾ ਲਿਖਿਆ ਗਿਆ ਤੇ ਸਿੱਖਾਂ ਦੇ ਕੋਲ ਹੁਣ ਕੋਈ ਤਾਕਤ ਨਹੀਂ ਹੈ। ਗੁਲਾਬ ਸਿਉਂ ਹੈ ਡੋਗਰਾ ਜੋ ਜੰਮੂ ਤੋਂ ਆਇਆ, ਗਦਾਰ ਹੈਗਾ। ਲਾਲ ਸਿਉਂ ਹੈ ਲਾਹੌਰ ਦਰਬਾਰ ਦਾ ਮੁੱਖ ਮੰਤਰੀ। ਤੇਜਾ ਸਿਉਂ ਹੈ ਸੈਨਾਪਤੀ ਹੈ ਫੌਜ ਦਾ। ਇਹਨਾਂ ਸਾਰਿਆਂ ਦੇ ਵੱਲੋਂ ਇਸ ਦੇ ਉੱਪਰ ਦਸਤਖਤ ਕਰ ਦਿੱਤੇ ਗਏ। ਇਹ ਸ਼ਰਤਾਂ ਜੋ ਅੰਗਰੇਜ਼ਾਂ ਦੀਆਂ ਮੰਨ ਲਈਆਂ ਗਈਆਂ ਲਾਹੌਰ ਦਰਬਾਰ ਦੇ ਵੱਲੋਂ। ਇਹਨਾਂ ਨੇ ਗਦਾਰੀਆਂ ਕੀਤੀਆਂ ਸਨ, ਇਸ ਕਰਕੇ ਇਹਨਾਂ ਦੇ ਮਨ ਵਿੱਚ ਇਹ ਲਾਲਚ ਸੀ ਵੀ ਸਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ, ਵਜ਼ੀਰੀਆਂ ਮਿਲਣੀਆਂ ਚਾਹੀਦੀਆਂ, ਉੱਚੇ ਅਹੁਦੇ ਮਿਲਣੇ ਚਾਹੀਦੇ ਹੈ। ਗੁਲਾਬ ਸਿਉਂ ਡੋਗਰਾ ਹੁਸ਼ਿਆਰ ਸੀ। ਉਸਨੇ ਸੋਚਿਆ ਆਪਾਂ ਨੂੰ ਕੋਈ ਅੰਗਰੇਜ਼ਾਂ ਦੇ ਨਾਲ ਹੁਣ ਸਮਝੌਤਾ ਕਰਨਾ ਚਾਹੀਦਾ। ਹੁਣ ਜੇਕਰ ਵੇਖਿਆ ਜਾਵੇ, ਜਿਹੜਾ 1 ਕਰੋੜ ਰੁਪਈਆ ਲਾਹੌਰ ਦਰਬਾਰ ਨੇ ਦੇਣਾ, ਲਾਹੌਰ ਦਰਬਾਰ ਦੇ ਵਿੱਚ ਇੰਨੀ ਰਕਮ ਹੀ ਨਹੀਂ। ਲਾਹੌਰ ਦਰਬਾਰ ਦਾ ਖਜ਼ਾਨਾ ਖਾਲੀ ਹੈ। ਇਹਨੂੰ ਤਾਂ ਪਹਿਲਾਂ ਹੀ ਬਹੁਤ ਲੁੱਟਿਆ ਗਿਆ ਹੈ। ਗੁਲਾਬ ਸਿਉਂ ਡੋਗਰਾ ਲੁੱਟ ਕੇ ਲੈ ਗਿਆ, ਧਿਆਨ ਸਿਉਂ ਡੋਗਰੇ ਨੇ ਲੁੱਟਿਆ, ਸੁਚੇਤ ਸਿਉਂ ਡੋਗਰੇ ਨੇ ਕਿੰਨਾ ਰੁਪਈਆ ਫਿਰੋਜ਼ਪੁਰ ਬੈਂਕ ਦੇ ਵਿੱਚ ਰੱਖਿਆ ਹੋਇਆ ਸੀ। ਜਦੋਂ ਚੰਦ ਕੌਰ ਨੂੰ ਜੰਗੀਰ ਦਿੱਤੀ ਗਈ ਸੀ ਜੰਮੂ ਦੇ ਇਲਾਕੇ ਦੇ ਵਿੱਚ, ਉਦੋਂ ਬਹੁਤ ਜ਼ਿਆਦਾ ਧਨ ਦੌਲਤ ਧਿਆਨ ਸਿਉਂ ਦੇ ਵੱਲੋਂ ਗੁਲਾਬ ਸਿਉਂ ਡੋਗਰੇ ਦੇ ਵੱਲ ਇਹ ਬਹੁਤ ਵੱਡੀ ਰਕਮ ਭੇਜੀ ਗਈ ਸੀ, ਜੋ ਚੰਦ ਕੌਰ ਦਾ ਸਮਾਨ ਸੀ ਉਹਦੇ ਰੂਪ ਦੇ ਵਿੱਚ। ਗੁਲਾਬ ਸਿਉਂ ਡੋਗਰੇ ਨੇ ਅੰਗਰੇਜ਼ਾਂ ਦੇ ਨਾਲ ਇਹ ਸਮਝੌਤਾ ਕੀਤਾ, ਮੈਨੂੰ ਜੰਮੂ ਦਾ ਬਾਦਸ਼ਾਹ ਬਣਾ ਦਿਓ, ਕਿਉਂਕਿ ਜਦੋਂ ਹੁਣ ਅੰਗਰੇਜ਼ਾਂ ਦਾ ਰਾਜ ਹੋ ਰਿਹਾ, ਗੁਲਾਬ ਸਿਉਂ ਡੋਗਰੇ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬਾਦਸ਼ਾਹ ਬਣਾਇਆ ਸੀਗਾ ਖੁਸ਼ੀ ਦੇ ਵਿੱਚ। ਜਦੋਂ ਅੰਗਰੇਜ਼ਾਂ ਦਾ ਰਾਜ ਹੋ ਰਿਹਾ ਫਿਰ ਉਹ ਜੰਮੂ ਦਾ ਬਾਦਸ਼ਾਹ ਨਹੀਂ ਰਹਿ ਸਕਦਾ। ਤੇ ਗੁਲਾਬ ਸਿਉਂ ਡੋਗਰੇ ਨੇ ਇਹ ਸਮਝੌਤਾ ਕੀਤਾ ਵੀ ਜੋ 1 ਕਰੋੜ ਰੁਪਈਆ ਲਾਹੌਰ ਦਰਬਾਰ ਨੇ ਦੇਣਾ ਉਹ ਮੈਂ ਦੇ ਦੇਵਾਂਗਾ, ਪਰ ਮੈਨੂੰ ਜੰਮੂ ਦਾ ਬਾਦਸ਼ਾਹ ਬਣਾ ਦਿੱਤਾ ਜਾਵੇ। ਅੰਗਰੇਜ਼ ਹੈ ਜੋ ਇਸ ਗੱਲ ਨੂੰ ਸਵੀਕਾਰ ਕਰਦੇ ਆ ਵੀ ਤੁਸੀਂ 1 ਕਰੋੜ ਰੁਪਈਆ ਦੇ ਦਿਓ, ਤੁਹਾਨੂੰ ਜੰਮੂ ਦਾ ਬਾਦਸ਼ਾਹ ਬਣਾ ਦਿੱਤਾ ਜਾਵੇਗਾ। ਉਸ ਸਮੇਂ ਮੌਕੇ 'ਤੇ ਗੁਲਾਬ ਸਿਉਂ ਡੋਗਰੇ ਦੇ ਵੱਲੋਂ 75,000 ਰੁਪਈਆ ਅੰਗਰੇਜ਼ਾਂ ਨੂੰ ਦਿੱਤਾ ਗਿਆ। ਕਿਸੇ ਨੇ 68,000 ਲਿਖਿਆ, ਕਿਸੇ ਨੇ 62,000 ਲਿਖਿਆ, ਵੱਖ-ਵੱਖ ਵਿਦਵਾਨਾਂ ਨੇ।
ਤੇ ਇਸ ਨੂੰ ਕਹਿ ਦਿੱਤਾ ਗਿਆ ਵਿਸ਼ੇਸ਼ ਤੌਰ ਤੇ ਲਿਖਤੀ ਰੂਪ ਦੇ ਵਿੱਚ ਇਸ ਨੂੰ ਲਿਖ ਕੇ ਦੇ ਦਿੱਤਾ ਗਿਆ ਵੀ ਤੁਸੀਂ ਜਾ ਕੇ ਜੰਮੂ ਦੇ ਬਾਦਸ਼ਾਹ ਬਣ ਜਾਵੋ, ਤੁਹਾਡੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਬਣੇਗਾ, ਅਸੀਂ ਤੁਹਾਡੀ ਮਦਦ ਕਰਾਂਗੇ। ਅੰਗਰੇਜ਼ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ। ਉਸ ਸਮੇਂ ਦੇ ਜੋ ਫੌਜ ਦੇ ਆਫੀਸਰ ਹਨ, ਇਹ ਹੁਣ ਬਾਦਸ਼ਾਹ ਬਣਨ ਦੇ ਲਈ ਚੱਲਿਆ ਹੈਗਾ ਜੰਮੂ ਦੇ ਵੱਲ ਨੂੰ। ਲਾਲ ਸਿਉਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ, ਤੇਜਾ ਸਿਉਂ ਨੂੰ ਸੈਨਾਪਤੀ ਬਣਾ ਦਿੱਤਾ ਗਿਆ ਫੌਜ ਦਾ। ਹੁਣ ਫੌਜ ਕਿੰਨੀ ਕੀ ਹੈ? ਫੌਜ ਤਾਂ ਬਹੁਤ ਜ਼ਿਆਦਾ ਥੋੜ੍ਹੀ ਹੈ, ਤੇ ਨਾਲੇ ਇਹ ਕੇਵਲ ਅਹੁਦੇ ਨੇ। ਮੁੱਖ ਮੰਤਰੀ ਦਾ ਅਹੁਦਾ ਹੈ, ਸੈਨਾਪਤੀ ਦਾ ਅਹੁਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਹੁਦਿਆਂ ਤੋਂ ਲਾਭ ਹੀ ਦਿੱਤੇ ਜਾਂਦੇ ਆ ਬੰਦੇ। ਲਾਲ ਸਿਉਂ ਤੇ ਤੇਜਾ ਸਿਉਂ ਸੋਚਦੇ ਆ ਵੀ ਜਿੰਨੀ ਅਸੀਂ ਵੱਡੀ ਗਦਾਰੀ ਕੀਤੀ ਹੈ ਉਨਾ ਸਾਨੂੰ ਇਨਾਮ ਨਹੀਂ ਮਿਲਿਆ, ਉਨੀਆਂ ਵਜ਼ੀਰੀਆਂ ਨਹੀਂ ਮਿਲੀਆਂ। ਗੁਲਾਬ ਸਿਉਂ ਡੋਗਰਾ ਨਾ ਕਿਸੇ ਜੰਗ ਦੇ ਵਿੱਚ ਉਹਨੇ ਹਿੱਸਾ ਲਿਆ, ਜੰਗ ਤੋਂ ਬਾਹਰ ਰਹੇ ਹੈ। ਜੰਗ ਦੇ ਵਿੱਚ ਅਸੀਂ ਲੜਦੇ ਰਹੇ ਹੈ, ਆਪਣੀ ਜਾਨ ਜੋਖਮ ਦੇ ਵਿੱਚ ਅਸੀਂ ਪਾਈ। ਹੋ ਸਕਦਾ ਸਾਨੂੰ ਕੋਈ ਜੰਗ ਦੇ ਵਿੱਚ ਸਰਦਾਰ ਹੀ ਕਤਲ ਕਰ ਦਿੰਦਾ। ਤੇ ਗੁਲਾਬ ਸਿਉਂ ਡੋਗਰਾ ਜੋ ਥੋੜ੍ਹਾ ਜਿਹਾ ਸਮਾਂ ਪਹਿਲਾਂ ਆਇਆ ਲਾਹੌਰ ਦਰਬਾਰ ਦੇ ਵਿੱਚ, ਜੰਗ ਵੀ ਕੋਈ ਨਹੀਂ ਕੀਤੀ ਤੇ ਸਾਡੇ ਨਾਲੋਂ ਬਹੁਤ ਵੱਡਾ ਇਨਾਮ ਲੈ ਗਿਆ, ਇੱਕ ਇਲਾਕੇ ਦਾ ਬਾਦਸ਼ਾਹ ਬਣ ਗਿਆ। ਇਹਨਾਂ ਦੇ ਮਨ ਦੇ ਵਿੱਚ ਈਰਖਾ ਪੈਦਾ ਹੋਈ। ਲਾਲ ਸਿਉਂ ਸੋਚਦਾ ਵੀ ਕੱਲ੍ਹ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਭ ਹੀ ਦਿੱਤਾ ਜਾਵੇਗਾ, ਸਾਨੂੰ ਤਾਂ ਕੁਝ ਨਹੀਂ ਮਿਲਿਆ। ਲਾਲ ਸਿਉਂ ਨੇ ਕੀ ਕੀਤਾ? ਲਾਲ ਸਿਉਂ ਨੇ ਜੰਮੂ ਦੇ ਵਿੱਚ, ਇਹਦਾ ਇੱਕ ਦੋਸਤ ਹੈ ਇਮਾਮੂਦੀਨ, ਇਮਾਮੂਦੀਨ ਨੂੰ ਇੱਕ ਪੱਤਰ ਲਿਖਿਆ। ਉਸ ਪੱਤਰ ਦੇ ਵਿੱਚ ਜ਼ਿਕਰ ਕੀਤਾ ਵੀ ਗੁਲਾਬ ਸਿਉਂ ਡੋਗਰਾ ਜੰਮੂ ਦਾ ਬਾਦਸ਼ਾਹ ਬਣਨ ਦੇ ਲਈ ਆ ਰਿਹਾ ਹੈ, ਤੁਸੀਂ ਬਗਾਵਤ ਕਰੋ, ਇਹਨੂੰ ਬਾਦਸ਼ਾਹ ਨਾ ਬਣਨ ਦਿਓ। ਇਮਾਮੂਦੀਨ ਨੇ ਆਪਣੀ ਤਾਕਤ ਇਕੱਠੀ ਕੀਤੀ। ਉਹਨੇ ਗੁਲਾਬ ਸਿਉਂ ਡੋਗਰੇ ਦੇ ਰਸਤੇ ਦੇ ਵਿੱਚ ਰੁਕਾਵਟ ਪੈਦਾ ਕੀਤੀ ਵੀ ਇਹ ਬਾਦਸ਼ਾਹ ਨਾ ਬਣ ਸਕੇ। ਗੁਲਾਬ ਸਿਉਂ ਡੋਗਰੇ ਨੇ ਅੰਗਰੇਜ਼ਾਂ ਨੂੰ ਕਹਿ ਦਿੱਤਾ ਵੀ ਜਦੋਂ ਮੇਰਾ ਤੁਹਾਡੇ ਨਾਲ ਸਮਝੌਤਾ ਹੋਇਆ, ਇਮਾਮੂਦੀਨ ਮੈਨੂੰ ਬਾਦਸ਼ਾਹ ਨਹੀਂ ਬਣਨ ਦੇ ਰਿਹਾ, ਤੁਸੀਂ ਮੇਰੀ ਮਦਦ ਕਰੋ। ਅੰਗਰੇਜ਼ਾਂ ਨੇ ਕੀ ਕੀਤਾ? ਇਮਾਮੂਦੀਨ ਨੂੰ ਗ੍ਰਿਫਤਾਰ ਕਰ ਲਿਆ ਵੀ ਹੁਣ ਇਹ ਕਿਹੜਾ ਆ ਗਿਆ ਉੱਠ ਕੇ ਜਿਹੜਾ ਸਾਡੇ ਵਿੱਚ ਰੁਕਾਵਟ ਪੈਦਾ ਕਰ ਰਿਹਾ। ਇਮਾਮੂਦੀਨ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ। ਜਦੋਂ ਉਸ ਦੇ ਉੱਪਰ ਤਸੱਦਦ ਕੀਤਾ ਗਿਆ, ਤਸੀਹੇ ਦਿੱਤੇ ਗਏ, ਉਸ ਨੂੰ ਪੁੱਛਿਆ ਗਿਆ ਵੀ ਤੂੰ ਕਿਹਦੇ ਕਹਿਣ ਤੇ ਇਹਦੇ ਰਾਹ ਦੇ ਵਿੱਚ ਰੁਕਾਵਟ ਪੈਦਾ ਕਰ ਰਹੇ ਹੈ ਜਦੋਂ ਅਸੀਂ ਬਾਦਸ਼ਾਹ ਬਣਾਇਆ ਇਸ ਨੂੰ? ਇਮਾਮੂਦੀਨ ਨੇ ਲਾਲ ਸਿਉਂ ਦਾ ਨਾਮ ਲੈ ਦਿੱਤਾ ਵੀ ਮੈਨੂੰ ਤਾਂ ਲਾਲ ਸਿਉਂ ਨੇ ਕਹਿਆ। ਉਹਨੇ ਉਹ ਐਪਲੀਕੇਸ਼ਨ, ਉਹ ਚਿੱਠੀ ਪੱਤਰ ਵੀ ਵਿਖਾ ਦਿੱਤਾ ਵੀ ਆਹ ਵੇਖ ਲਓ, ਲਿਖਤੀ ਰੂਪ ਦੇ ਵਿੱਚ ਮੈਨੂੰ ਕਹਿਆ ਗਿਆ ਵੀ ਇਹਨੂੰ ਬਾਦਸ਼ਾਹ ਨਾ ਬਣਨ ਦਿਓ। ਅੰਗਰੇਜ਼ਾਂ ਨੇ ਕੀ ਕੀਤਾ? ਲਾਲ ਸਿਉਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਵੀ ਤੂੰ ਸਾਡੇ ਨਾਲ ਹੀ ਗਦਾਰੀ ਕਰ ਰਹੇ ਹੈ, ਅਸੀਂ ਤੈਨੂੰ ਮੁੱਖ ਮੰਤਰੀ ਬਣਾਇਆ। ਪਹਿਲਾਂ ਤੂੰ ਆਪਣਿਆਂ ਨਾਲ ਗਦਾਰੀ ਕੀਤੀ, ਸਾਡੇ ਨਾਲ ਮਿਲਿਆ, ਹੁਣ ਸਾਡੇ ਨਾਲ ਵੀ ਗਦਾਰੀ ਕਰ ਰਹੇ ਹੈ, ਤੂੰ ਵਿਸ਼ਵਾਸਯੋਗ ਬੰਦਾ ਨਹੀਂ ਹੈ। ਇਹਨੂੰ ਅਹੁਦੇ ਤੋਂ ਲਾ ਦਿੱਤਾ ਗਿਆ। ਇਹਦੀ 2500 ਰੁਪਈਆ ਸਾਲਾਨਾ ਪੈਨਸ਼ਨ ਬੰਨ੍ਹ ਦਿੱਤੀ ਤੇ ਇਸ ਨੂੰ ਦੇਹਰਾਦੂਨ ਦੇ ਇਲਾਕੇ ਦੇ ਵਿੱਚ ਭੇਜ ਦਿੱਤਾ। ਇਹ ਲਾਲ ਸਿਉਂ ਉੱਥੇ ਹੀ ਬਾਅਦ ਦੇ ਵਿੱਚ ਮਰ ਖੱਪ ਗਿਆ, ਖਤਮ ਹੋ ਗਿਆ। ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਅੰਗਰੇਜ਼ਾਂ ਨੇ ਕਿਸੇ ਨੂੰ ਨਹੀਂ ਬਿਠਾਇਆ। ਲਾਹੌਰ ਦਰਬਾਰ ਦਾ ਕੋਈ ਮੁੱਖ ਮੰਤਰੀ ਨਹੀਂ। ਇਹਨਾਂ ਦਾ ਜੋ ਇੱਕ ਆਫੀਸਰ ਹੈ ਹਾਰਡਿੰਗ, ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਚੁੱਭਦੀ ਹੈ, ਦਲੀਪ ਸਿੰਘ ਦੇ ਨਾਮ ਦੇ ਨਾਲ ਮਹਾਰਾਜਾ ਸ਼ਬਦ ਨਹੀਂ ਜੁੜਨਾ ਚਾਹੀਦਾ। ਮਹਾਰਾਜਾ ਮਨੁੱਖ ਦੀ ਇੱਕ ਆਜ਼ਾਦੀ ਦਾ ਪ੍ਰਤੀਕ ਹੈ।
ਜੋ ਰਾਜ ਦੀ ਭਾਵਨਾ ਪੈਦਾ ਕਰਦਾ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਲੀਪ ਸਿੰਘ ਦੇ ਨਾਮ ਦੇ ਨਾਲੋਂ ਮਹਾਰਾਜਾ ਸ਼ਬਦ ਹਟਾਇਆ ਜਾਵੇ, ਜਾਂ ਮਹਾਰਾਜਾ ਦਲੀਪ ਸਿੰਘ ਨੂੰ ਹੀ ਇਸ ਅਹੁਦੇ ਤੋਂ ਲਾ ਦਿੱਤਾ ਜਾਵੇ। ਹਾਰਡਿੰਗ ਹੈ ਜਿਹੜਾ, ਉਹਨੇ ਕੀ ਕੀਤਾ, ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਕਿਸੇ ਬੰਦੇ ਨੂੰ ਬਿਠਾਉਣ ਦੀ ਬਜਾਏ ਇੱਕ ਕੌਂਸਲ ਬਣਾ ਦਿੱਤੀ ਗਈ, ਕੌਂਸਲ ਆਫ ਏਜੰਸੀ। ਉਸ ਦੇ 4 ਮੈਂਬਰ ਬਣਾਏ ਗਏ, ਇੱਕ ਨੂਰਦੀਨ, ਇੱਕ ਦੀਨਾਨਾਥ, ਇੱਕ ਤੇਜਾ ਸਿਉ ਜੋ ਫੌਜ ਦਾ ਸੈਨਾਪਤੀ। ਇਹ ਤਿੰਨੇ ਹੀ ਗਦਾਰ ਨੇ। ਇੱਕ ਸ਼ੇਰ ਸਿੰਘ ਅਟਾਰੀ ਵਾਲਾ, ਇਹ ਸ਼ਾਮ ਸਿੰਘ ਅਟਾਰੀ ਵਾਲਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੈ। ਇਹ ਬੰਦਾ ਇਮਾਨਦਾਰ ਹੈ ਸਿੱਖ ਰਾਜ ਦੇ ਪ੍ਰਤੀ। ਇਹਨਾਂ 4 ਨੂੰ ਇਸ ਕੌਂਸਲ ਦਾ ਮੈਂਬਰ ਬਣਾ ਦਿੱਤਾ ਗਿਆ। ਮੁੱਖ ਮੰਤਰੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਇਹ 4 ਬੰਦੇ ਸੰਭਾਲਣਗੇ। ਹਾਰਡਿੰਗ ਨੇ ਇਹ ਕੌਂਸਲ ਬਣਾਈ। ਥੋੜੇ ਜਿਹੇ ਸਮੇਂ ਬਾਅਦ ਇਹਨਾਂ ਨੇ ਕੀ ਕੀਤਾ, ਹਾਰਡਿੰਗ ਦੇ ਕਹਿਣ ਤੇ, ਹਾਰਡਿੰਗ ਕਹਿੰਦਾ ਵੀ ਤੁਸੀਂ ਇਸ ਕੌਂਸਲ ਦੇ ਮੈਂਬਰ ਤਾਂ ਬਣੇ ਰਹਿ ਸਕਦੇ ਹੋ, ਤੁਸੀਂ ਇੱਕ ਐਪਲੀਕੇਸ਼ਨ ਲਿਖੋ, ਇੱਕ ਅਰਜੀ ਲਿਖੋ ਸਾਨੂੰ। ਉਸ ਅਰਜੀ ਦੇ ਵਿੱਚ ਜ਼ਿਕਰ ਇਹ ਕੀਤਾ ਜਾਵੇ ਜੋ ਮਹਾਰਾਜਾ ਦਲੀਪ ਸਿੰਘ ਹੈ ਉਹ ਇੱਕ ਬੱਚਾ ਹੈਗਾ, ਮਾਸੂਮ, ਉਹਦੀ ਪਰਵਰਿਸ਼, ਉਹਦੀ ਪਾਲਣਾ ਪੋਸ਼ਣ ਅੰਗਰੇਜ਼ ਕਰਨ, ਉਹਦੇ ਸਰਪ੍ਰਸਤ ਅੰਗਰੇਜ਼ ਬਣਨ, ਅੰਗਰੇਜ਼ ਸਰਕਾਰ ਬਣੇ, ਨਾ ਕਿ ਮਹਾਰਾਣੀ ਜਿੰਦ ਕੌਰ। ਹੁਣ ਮਹਾਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਹੈ, ਉਹਦੀ ਮਾਂ ਵੀ ਹੈ। ਇਹ ਅਰਜੀ ਇਸ ਲਈ ਲਿਖਵਾਈ ਗਈ ਵੀ ਤਾਂ ਕਿ ਕਿਸੇ ਤਰੀਕੇ ਨਾਲ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਅਧੀਨ ਕਰ ਲਈਏ, ਮਹਾਰਾਣੀ ਜਿੰਦ ਕੌਰ ਤੋਂ ਉਸ ਨੂੰ ਦੂਰ ਕਰ ਦਿੱਤਾ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਮਹਾਰਾਜਾ ਦਲੀਪ ਸਿੰਘ ਜਦੋਂ ਵੱਡਾ ਹੋਵੇਗਾ ਮਹਾਰਾਣੀ ਜਿੰਦ ਕੌਰ ਦੇ ਕਹਿਣ ਤੇ ਉਹ ਦੁਬਾਰੇ ਸਿੱਖ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਉਪਰਾਲਾ ਕਰੇ। ਇਸ ਲਈ ਇਹ ਐਪਲੀਕੇਸ਼ਨ ਲਿਖਵਾ ਲਈ ਗਈ ਤੇ ਦੁਬਾਰੇ ਫਿਰ ਇਹ ਹਾਰਡਿੰਗ ਤੇ ਹੋਰ ਜੋ ਅੰਗਰੇਜ਼ ਸਰਕਾਰ ਦੇ ਵੱਡੇ ਆਫੀਸਰ ਨੇ ਲਾਹੌਰ ਦਰਬਾਰ ਦੇ ਵਿੱਚ ਗਏ। ਲਾਹੌਰ ਦਰਬਾਰ ਦੇ ਵਿੱਚ ਇਸ ਅਰਜੀ ਦੇ ਆਧਾਰਿਤ ਤੇ ਫਿਰ ਕੁਝ ਫੈਸਲੇ ਲਏ ਗਏ। ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਅੰਗਰੇਜ਼ ਹਨ ਉਹ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲਈ ਕੋਈ ਖਤਰਾ ਪੈਦਾ ਨਾ ਕਰੇ। ਤੇ ਕੁਝ ਇਹੋ ਜਿਹੇ ਕਾਰਨ ਵੀ ਹਨ, ਉਹਨਾਂ ਨੂੰ ਜ਼ਰੂਰੀ ਹੈ ਵੀ ਤਾਂ ਕਿ ਅਸੀਂ ਇਹਨੂੰ ਕਿਸੇ ਤਰੀਕੇ ਨਾਲ ਆਪਣੇ ਅਧੀਨ ਕਰ ਲਈਏ, ਨਹੀਂ ਸਾਡੇ ਲਈ ਇਹ ਖਤਰਾ ਬਣੇਗਾ। ਕਈ ਕਾਰਨ ਹਨ, ਮੈਂ ਕੁਝ ਕੁ ਦਾ ਜ਼ਿਕਰ ਕਰਦਾ। 1847 ਈਸਵੀ ਦੇ ਵਿੱਚ 1847 ਦਾ ਸਮਾਂ ਆ ਗਿਆ। ਸਿਆਲਕੋਟ ਦਾ ਬਾਦਸ਼ਾਹ ਬਣਾਉਣਾ ਸੀ ਤੇਜਾ ਸਿਉ ਨੂੰ। ਤੇਜਾ ਸਿਉ ਨੂੰ ਸਿਆਲਕੋਟ ਦਾ ਬਾਦਸ਼ਾਹ ਬਣਨ ਦਾ ਤਿਲਕ ਲਾਇਆ ਜਾਣਾ ਸੀ। ਤਿਲਕ ਲਾਉਣਾ ਸੀ ਮਹਾਰਾਜਾ ਦਲੀਪ ਸਿੰਘ ਨੇ। ਅੰਗਰੇਜ਼ ਵੀ ਮੌਜੂਦ ਹਨ। ਉਸ ਬੱਚੇ ਨੂੰ ਕਹਿਆ ਗਿਆ ਜਿਹਦੀ ਉਮਰ 7-8 ਸਾਲ ਦੀ ਹੈ, ਕਿਉਂਕਿ 1838 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ। 5 ਸਾਲ 11 ਦਿਨਾਂ ਦਾ ਸੀ ਜਦੋਂ ਉਹ ਬਾਦਸ਼ਾਹ ਬਣਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਹੈ, ਅਕਾਲ ਚਲਾਣਾ ਕੀਤਾ, ਉਦੋਂ ਇਹ ਕੁਝ ਕੁ ਮਹੀਨਿਆਂ ਦਾ ਸੀ ਤੇ ਅੱਜ ਇਸ ਦੀ ਉਮਰ 7 ਕੁ ਸਾਲ ਦੀ ਹੈ। ਇਸ ਬੱਚੇ ਨੂੰ ਕਹਿਆ ਗਿਆ ਤੁਸੀਂ ਤੇਜਾ ਸਿਉ ਦੇ ਬਾਦਸ਼ਾਹ ਬਣਨ ਦਾ ਤਿਲਕ ਲਾਵੋ ਮੱਥੇ ਤੇ। ਜਦੋਂ ਇਹ ਤਿਲਕ ਲਾਉਣ ਦੇ ਲਈ ਜਾ ਰਿਹਾ ਹੈ, ਕੇਸਰ ਦੇ ਵਿੱਚ ਇਸ ਨੇ ਆਪਣਾ ਅੰਗੂਠਾ ਡੁਬੋਇਆ ਹੋਇਆ ਹੈਗਾ। ਮਹਾਰਾਣੀ ਜਿੰਦ ਕੌਰ ਦੇ ਨਾਲ ਜਦੋਂ ਅੱਖਾਂ ਮਿਲਾਈਆਂ ਮਹਾਰਾਜਾ ਦਲੀਪ ਸਿੰਘ ਨੇ, ਉਹਨੇ ਅੱਖਾਂ ਹੀ ਅੱਖਾਂ ਦੇ ਵਿੱਚ ਸਮਝਾ ਦਿੱਤਾ ਵੀ ਤਿਲਕ ਨਾ ਲਾਵੀਂ।
ਮਹਾਰਾਜਾ ਦਲੀਪ ਸਿੰਘ ਆਪਣੇ ਤਖਤ ਤੇ ਬੈਠ ਗਿਆ। ਅੰਗਰੇਜ਼ਾਂ ਨੇ ਬਹੁਤ ਜ਼ੋਰ ਪਾਇਆ, ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਤਿਲਕ ਲਾ ਦੇ, ਪਰ ਇਸ ਬੱਚੇ ਨੇ ਤਿਲਕ ਨਹੀਂ ਲਾਇਆ। ਅੰਗਰੇਜ਼ ਸਮਝਦੇ ਆ ਵੀ ਇਹ ਬੱਚਾ ਆਪਣੀ ਮਾਂ ਦੀ ਗੱਲ ਨੂੰ ਹੀ ਮੰਨਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਵੱਡਾ ਹੋਵੇਗਾ, ਇਹਨੇ ਮਹਾਰਾਣੀ ਜਿੰਦ ਕੌਰ ਦੇ ਮੁਤਾਬਕ ਚੱਲਣਾ ਹੈ, ਨਾ ਕਿ ਸਾਡੇ ਮੁਤਾਬਕ। ਇੱਕ ਕਾਰਨ ਇਹ ਹੈ ਵੀ ਤਾਂ ਕਿ ਇਸ ਬੱਚੇ ਨੂੰ ਵਿਛੋੜ ਦਿੱਤਾ ਜਾਵੇ, ਮਹਾਰਾਣੀ ਤੋਂ ਦੂਰ ਕਰ ਦਿੱਤਾ ਜਾਵੇ। ਇਸ ਕਰਕੇ ਉਹਨਾਂ ਨੇ ਇਹ ਪੱਤਰ ਲਿਖਵਾਇਆ। ਇੱਕ ਕਾਰਨ ਇਹ ਬਣਾਇਆ ਗਿਆ ਵੀ ਜੇ ਬੱਚਾ ਆਪਣੀ ਮਾਤਾ ਦੇ ਕੋਲ ਰਹੇਗਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਗੜ ਜਾਵੇ। ਮਹਾਰਾਣੀ ਜਿੰਦ ਕੌਰ ਇੱਕ ਵਧੀਆ ਬੱਚੇ ਦੀ ਪਾਲਣਾ ਪੋਸ਼ਣਾ ਨਹੀਂ ਕਰ ਸਕਦੀ। ਇੱਕ ਕਾਰਨ ਇਹ ਵੀ ਬਣਿਆ, ਜੋ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਾ ਸੀ, ਉਹਦੀ ਗੱਦੀ ਦੇ ਉੱਪਰ ਜਿਹੜਾ ਬੰਦਾ ਬੈਠਿਆ ਉਹਦਾ ਨਾਂ ਸੀ ਮਹਾਰਾਜਾ ਸਿੰਘ, ਤੇ ਇੱਕ ਗੁਰੂ ਦਾ ਪਿਆਰਾ ਸਿੱਖ ਪ੍ਰੇਮਾ ਸਿੰਘ। ਇਹਨਾਂ ਦੋਵਾਂ ਨੇ ਸੋਚਿਆ ਆਪਾਂ ਕੋਈ ਸਮਾਗਮ ਆ ਰਿਹਾ ਸੀ, ਕੋਈ ਮੇਲਾ ਆ ਰਿਹਾ ਸੀ, ਉਸ ਮੇਲੇ ਦੇ ਦੌਰਾਨ ਜਿੰਨੀ ਵੀ ਉੱਥੇ ਅੰਗਰੇਜ਼ ਫੌਜ ਹੋਵੇਗੀ ਆਪਾਂ ਉਸ ਦਾ ਕਤਲ ਕਰਾਂਗੇ, ਜਿੰਨੇ ਅੰਗਰੇਜ਼ ਮਾਰੇ ਗਏ ਮਾਰ ਦਿਆਂਗੇ। ਮਹਾਰਾਜਾ ਦਲੀਪ ਸਿੰਘ ਨੂੰ ਆਪਾਂ ਕਿਡਨੈਪ ਕਰਕੇ ਲੈ ਜਾਵਾਂਗੇ, ਕਿਤੇ ਵਧੀਆ ਮਹਿਫੂਜ਼ ਜਗ੍ਹਾ ਤੇ ਰੱਖਾਂਗੇ। ਜਦੋਂ ਮਹਾਰਾਜਾ ਦਲੀਪ ਸਿੰਘ ਵੱਡਾ ਹੋ ਜਾਵੇਗਾ, ਅੱਜ ਤੋਂ 10-15 ਸਾਲਾਂ ਬਾਅਦ ਇਸ ਨੂੰ ਦੁਬਾਰੇ ਫੇਰ ਸਾਹਮਣੇ ਲੈ ਕੇ ਆਵਾਂਗੇ ਤੇ ਦੁਬਾਰੇ ਫੇਰ ਇਹਦੀ ਅਗਵਾਈ ਦੇ ਵਿੱਚ ਸਿੱਖ ਰਾਜ ਕਾਇਮ ਕਰਾਂਗੇ। ਹੁਣ ਇਹਨਾਂ ਨੇ ਇਹ ਪਲੈਨਿੰਗ ਬਣਾਈ ਸੀ, ਪਰ ਇਸ ਸਿੱਖ ਰਾਜ ਦੇ ਵਿਹੜੇ ਦੇ ਵਿੱਚ ਗਦਾਰ ਬਹੁਤ ਜ਼ਿਆਦਾ ਹੈ। ਇਹ ਪਲੈਨਿੰਗ ਧਰੀ ਧਰਾਈ ਰਹਿ ਗਈ। ਅੰਗਰੇਜ਼ਾਂ ਨੂੰ ਪਹਿਲਾਂ ਹੀ ਕਿਸੇ ਨੇ ਜਾ ਕੇ ਖਬਰ ਦੇ ਦਿੱਤੀ ਮਹਾਰਾਜਾ ਦਲੀਪ ਸਿੰਘ ਨੂੰ ਕਿਡਨੈਪ ਕੀਤਾ ਜਾਵੇਗਾ, ਉਸ ਨੂੰ ਕਿਸੇ ਲੁਕਮੀ ਜਗ੍ਹਾ ਤੇ ਮਹਿਫੂਜ਼ ਜਗ੍ਹਾ ਤੇ ਰੱਖ ਕੇ ਪਾਲਿਆ ਜਾਵੇਗਾ। ਜਦੋਂ ਉਹ ਨੌਜਵਾਨ ਹੋਵੇਗਾ ਫੇਰ ਦੁਬਾਰੇ ਫੇਰ ਸਾਹਮਣੇ ਲਿਆਂਦਾ ਜਾਵੇਗਾ, ਸਿੱਖ ਰਾਜ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਗਰੇਜ਼ਾਂ ਨੇ ਮਹਾਰਾਜਾ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ, ਪ੍ਰੇਮਾ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਪਲੈਨਿੰਗ ਵੀ ਸਿਰੇ ਨਾ ਚੜ੍ਹ ਸਕੀ ਅਤੇ ਉਸ ਅਰਜੀ ਦਾ ਸਹਾਰਾ ਲਿਆ ਗਿਆ ਅੰਗਰੇਜ਼ਾਂ ਦੇ ਵੱਲੋਂ ਵੀ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਨਹੀਂ ਲਿਜਾਣਾ ਚਾਹੁੰਦੇ, ਇਹ ਤਾਂ ਤੁਹਾਡੇ ਜੋ ਕੌਂਸਲ ਦੇ ਮੈਂਬਰ ਹੈ ਉਹਨਾਂ ਦੇ ਵੱਲੋਂ ਹੀ ਐਪਲੀਕੇਸ਼ਨ ਲਿਖੀ ਗਈ ਹੈ, ਉਹਦੇ ਆਧਾਰਿਤ ਤੇ ਮਹਾਰਾਜਾ ਦਲੀਪ ਸਿੰਘ ਦੀ ਜੋ ਪਰਵਿਸ਼ ਹੈ, ਜੋ ਪਾਲਣਾ ਪੋਸ਼ਣ ਹੈ, ਉਹ ਅੰਗਰੇਜ਼ ਸਰਕਾਰ ਦੇ ਅਧੀਨ ਹੋਵੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਚਾਰਾਂਗੇ ਕਿ ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਸਰਕਾਰ ਹੈ ਉਹ ਆਪਣੇ ਅਧੀਨ ਕਰ ਲੈਂਦੀ ਹੈ। ਇੰਗਲੈਂਡ ਦੀ ਧਰਤੀ 'ਤੇ ਲਿਜਾਇਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦੇ ਕੋਲੋਂ ਉਸ ਬੱਚੇ ਨੂੰ ਵਿਛੋੜ ਦਿੱਤਾ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਹ ਸਾਰੀਆਂ ਘਟਨਾਵਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਸੋ ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ